ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੌਮੀ ਅਮੂਰ ਦੇ ਨਾਲ ਕਈ ਬੈਨ ਅਲ-ਅਕਵਾਮੀ ਅਮੂਰ ਵੀ ਸਾਡੀ ਤੋਜੋ ਚਾਹੁੰਦੇ ਨੇ। ਔਰ 2 ਦਿਨ ਪਹਿਲੇ ਸਲਾਮਤੀ ਕੌਂਸਲ ਦੇ ਵਿੱਚ ਇੱਕ ਆਲਮੀ ਸਤ੍ਹਾ ਦਾ ਬੜਾ ਅਹਿਮ ਔਰ ਹਸਾਸ ਮਾਮਲਾ ਜਿਹੜਾ ਹੈ ਉਹ ਕਰਾਰਦਾਦ ਦੀ ਸ਼ਕਲ ਤੇ ਪੇਸ਼ ਹੋਇਆ। ਉਹ ਮਾਮਲੇ ਦਾ ਤਅਲਕ ਖਲਾ ਦੇ ਵਿੱਚ ਐਟਮੀ ਹਥਿਆਰਾਂ ਦੀ ਤਨਸੀਬ ਦੇ ਨਾਲ ਹੈਗਾ ਵੇ। ਅਸੀਂ ਇਸ ਮਾਮਲੇ ਦੇ ਨੂੰ ਜਦੋਂ ਡਿਸਕਸ ਕਰਾਂਗੇ ਤੇ 3-4 ਪੁਆਇੰਟ ਨੇ। ਇੱਕ ਤਾਂ ਹੈਗਾ ਵੇ ਕਿ ਅਸੀਂ ਉਹ ਕਰਾਰਦਾਦ ਨੂੰ ਡਿਸਕਸ ਕਰਾਂਗੇ ਜਿਹੜੀ ਅਮਰੀਕਾ ਤੇ ਜਾਪਾਨ ਨੇ ਪੇਸ਼ ਕੀਤੀ ਸਲਾਮਤੀ ਕੌਂਸਲ ਦੇ ਵਿੱਚ ਇਸ ਰੈਫਰੈਂਸ ਦੇ ਨਾਲ। ਦੂਸਰਾ ਆਊਟਰ ਸਪੇਸ ਟ੍ਰੀਟੀ ਜਿਹੜਾ ਹੈਗਾ ਵੇ 1967 ਦਾ, ਉਹਦੇ ਉੱਤੇ ਗੱਲ ਕਰਾਂਗੇ। ਤੀਸਰਾ ਅਸੀਂ ਗੱਲ ਕਰਾਂਗੇ ਸਟਾਰਫਿਸ਼ ਪ੍ਰਾਈਮ ਨਿਊਕਲੀਅਰ ਟੈਸਟ ਜਿਹੜਾ ਹੋਇਆ 1962 ਦੇ ਵਿੱਚ ਅਮਰੀਕਾ ਨੇ ਕੀਤਾ ਖਲਾ ਦੇ ਵਿੱਚ, ਉਹਦੇ ਉੱਤੇ ਗੱਲ ਕਰਾਂਗੇ। ਔਰ ਫਿਰ ਅਸੀਂ ਇਹ ਗੱਲ ਕਰਾਂਗੇ ਕਿ ਨਵੀਂ ਸੂਰਤ ਹਾਲ ਜਿਹੜੀ ਹੈ ਇਹਦੇ ਨਾਲ ਜਿਹੜੇ ਐਟਮੀ ਤਾਕਤਾਂ ਨੇ ਉਹਨਾਂ ਦੇ ਵਿੱਚ ਇੱਕ ਨਵੀਂ ਦੌੜ ਤਾਂ ਨਹੀਂ ਖਲਾ ਦੇ ਵਿੱਚ ਸ਼ੁਰੂ ਹੋਣ ਵਾਲੀ, ਔਰ ਉਹਦੇ ਨਾਲ ਕਾਇਨਾਤ ਨੂੰ ਜਿਹੜੇ ਖਤਰਾਤ ਨੇ ਉਹ ਕਿਸ ਤਰ੍ਹਾਂ ਦੇ ਲਾਹਕ ਹੋ ਸਕਦੇ ਨੇ, ਔਰ ਜ਼ਮੀਨ ਦੇ ਉੱਤੇ ਇਹਨਾਂ ਖਤਰਾਤ ਦੀ ਜਿਹੜੀ ਸ਼ਕਲ ਹੋਵੇਗੀ ਉਹ ਕੀ ਹੋਵੇਗੀ। ਤੇ ਸਭ ਤੋਂ ਪਹਿਲੇ ਅਸੀਂ ਉਹ ਕਰਾਰਦਾਦ ਦੀ ਗੱਲ ਕਰਨੇ। ਸਲਾਮਤੀ ਕੌਂਸਲ ਦੇ ਵਿੱਚ ਅਮਰੀਕਾ ਤੇ ਜਾਪਾਨ ਨੇ ਕਰਾਰਦਾਦ ਪੇਸ਼ ਕੀਤੀ, ਔਰ ਉਸ ਕਰਾਰਦਾਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਖਲਾ ਦੇ ਵਿੱਚ ਨਿਊਕਲੀਅਰ ਹਥਿਆਰ ਜਿਹੜੇ ਨੇ ਇਹ ਲਿਜਾਣ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ, ਨਸਬ ਕਰਨ ਦੇ ਉੱਤੇ। ਇਹ ਕਿਉਂ ਕਰਾਰਦਾਦ ਪੇਸ਼ ਕੀਤੀ ਗਈ? ਅਗਰਚੇ ਅਮਰੀਕਾ ਇਸ ਸਿਲਸਿਲੇ ਦੇ ਵਿੱਚ ਪਹਿਲ ਕਰ ਚੁੱਕਿਆ, ਔਰ 1962 ਦੇ ਵਿੱਚ ਉਹਨੇ ਸਟਾਰਫਿਸ਼ ਪ੍ਰਾਈਮ ਨਿਊਕਲੀਅਰ ਟੈਸਟ ਜਿਹੜਾ ਹੈ ਇਹ ਜੌਨਸਨ ਆਈਸਲੈਂਡ ਜਿਹੜਾ ਅਮਰੀਕਾ ਦਾ ਇੱਕ ਇਲਾਕਾ ਵੇ ਉਹਦੇ ਤੋਂ ਖਲਾ ਦੇ ਵਿੱਚ 400 ਕਿਲੋਮੀਟਰ ਬੁਲੰਦੀ ਦੇ ਉੱਤੇ ਇਹ ਟੈਸਟ ਕੀਤਾ ਸੀ। ਔਰ ਉਹ ਟੈਸਟ ਦੇ ਵਿੱਚ ਇਹ ਇੰਨੀ ਤਾਕਤ ਸੀ ਕਿ ਜਿਹੜਾ ਹੀਰੋਸ਼ੀਮਾ ਦੇ ਉੱਤੇ ਅਮਰੀਕਾ ਨੇ ਐਟਮੀ ਬੰਬ ਸੱਟਿਆ ਸੀ ਉਹਦੇ ਨਾਲੋਂ 1000 ਗੁਣਾ ਜ਼ਿਆਦਾ ਤਾਕਤ ਦਾ ਸੀ ਉਹ ਟੈਸਟ ਜਿਹੜਾ ਕੀਤਾ। ਔਰ ਹਵਾਈ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਉਹ ਦੇਖਿਆ ਗਿਆ ਸੀ, ਯਾਨੀ ਇੰਨਾ ਸ਼ਿੱਦਤ ਸੀ ਉਹਦੇ ਵਿੱਚ। ਤੇ ਅਮਰੀਕਾ ਤਾਂ ਖੁਦ ਉਹ ਸਲਾਹੀਅਤ ਹਾਸਲ ਕਰ ਚੁੱਕਿਆ ਔਰ ਦੇਖ ਚੁੱਕਿਆ। ਹੁਣ ਉਹ ਕਿਉਂ ਰੁਕਾਵਟ ਪੈਦਾ ਕਰ ਰਿਹਾ ਕਿ ਦੂਸਰਾ ਕੋਈ ਮੁਲਕ ਜਿਹੜਾ ਹੈ ਉਹ ਉੱਥੇ ਐਟਮੀ ਹਥਿਆਰ ਨਾ ਲਿਜਾ ਸਕੇ। ਜਾਪਾਨ ਦਾ ਮਾਮਲਾ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਜਾਪਾਨ ਦਾ ਇੱਕ ਪ੍ਰਿੰਸੀਪਲ ਸਟੈਂਡ ਹੈਗਾ ਵੇ ਦੂਸਰੀ ਆਲਮਗੀਰ ਜੰਗ ਦੇ ਵਿੱਚ, ਜਦੋਂ ਦੇ ਉਹਦੇ ਉੱਤੇ ਉੱਥੇ ਤਬਾਹੀ ਐਟਮੀ ਆਈ, ਉਹਨੇ ਉਸ ਤੋਂ ਆਪਣੀ ਪਾਲਿਸੀ ਬਣਾ ਲਈ ਉਸ ਵਕਤ ਤੋਂ ਕਿ ਇਹ ਇਸ ਟੈਕਨੋਲੋਜੀ ਦੀ ਉਹ ਮੁਖਾਲਫਤ ਕਰੇਗਾ। ਇਹ ਤਾਂ ਸਮਝ ਆਉਂਦਾ। ਲੇਕਿਨ ਜਿਹੜਾ ਅਮਰੀਕਾ ਹੈ ਉਹ ਇਸ ਵਾਸਤੇ ਕਰ ਰਿਹਾ ਕਿ ਉਹਨੂੰ ਖਬਰ ਮਿਲੀ ਹੈ ਕਿ ਰੂਸ ਨੇ ਇੱਕ ਐਸਾ ਹਥਿਆਰ ਬਣਾ ਲਿਆ ਜਿਹੜਾ ਐਟਮੀ ਸਲਾਹੀਅਤ ਦਾ ਹੈ, ਔਰ ਉਹ ਜਿਹੜਾ ਹੈ ਉੱਥੇ ਸੈਟੇਲਾਈਟ ਸਿਸਟਮ ਜਿਹੜੇ ਹੈਗੇ ਨੇ ਖਲਾ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ। ਅੱਛਾ, ਅਮਰੀਕਾ ਦੀ ਚੂੰਕਿ ਸੈਟੇਲਾਈਟਸ ਦੇ ਉੱਤੇ ਬੜੀ ਇਨਵੈਸਟਮੈਂਟ ਹੈਗੀ, ਜਿਹੜਾ ਦੁਨੀਆ ਦੇ ਵਿੱਚ ਇੰਟਰਨੈਟ ਸਿਸਟਮ ਹੈ, ਕਮਿਊਨੀਕੇਸ਼ਨ ਸਿਸਟਮ ਹੈਗੇ ਨੇ, ਬਹੁਤ ਸਾਰੇ ਇਲੈਕਟ੍ਰੋਨਿਕ ਸਿਸਟਮ ਹੈਗੇ ਨੇ, ਉਹ ਜਿਹੜੇ ਖਲਾ ਦੇ ਵਿੱਚ ਅਮਰੀਕਾ ਨੇ ਆਪਣੇ ਸਿਆਰਚੇ ਛੱਡੇ ਹੋਏ ਨੇ ਉੱਥੋਂ ਕੰਟਰੋਲ ਹੁੰਦੇ ਨੇ। ਈਵਨ ਕਿ ਉਹਦੇ ਖਲਾਈ ਮਿਸ਼ਨ ਜਿਹੜੇ ਨੇ ਦੂਰ ਦਰਾਜ਼ ਦੇ ਖਲਾਈ ਇਲਾਕਿਆਂ ਦੇ ਵਿੱਚ ਉਹ ਵੀ ਉੱਥੋਂ ਕੰਟਰੋਲ ਹੁੰਦੇ ਨੇ। ਤੇ ਅਮਰੀਕਾ ਨੂੰ ਇਹ ਖਦਸ਼ਾ ਪੈਦਾ ਹੋ ਗਿਆ ਕਿ ਅਗਰ ਰੂਸ ਇਹਨਾਂ ਹਥਿਆਰਾਂ ਦੀ ਤਨਸੀਬ ਕਰ ਦਿੰਦਾ ਖਲਾ ਦੇ ਵਿੱਚ ਤੇ ਫਿਰ ਉਹਦਾ ਪ੍ਰੋਗਰਾਮ ਜਿਹੜਾ ਹੈ ਅਮਰੀਕਾ ਦਾ ਉਹ ਖਤਰੇ 'ਚ ਪੈ ਸਕਦਾ। ਔਰ ਬਹੁਤ ਵੱਡੀ ਇਨਵੈਸਟਮੈਂਟ ਹੈਗੀ, ਇਨਵੈਸਟਮੈਂਟ ਦੇ ਨਾਲ ਪੂਰੀ ਦੁਨੀਆ 'ਚ ਜਿਹੜੇ ਉਹਦੇ ਕੰਟਰੋਲ ਦੇ ਟੂਲ ਹੈਗੇ ਨੇ ਉਹ ਵੀ ਮੁਅੱਤਲ ਹੋ ਸਕਦੇ ਨੇ। ਤੇ ਇਸੇ ਵਾਸਤੇ ਹੀ ਉਹ ਚਾਹੁੰਦਾ ਹੈ ਕਿ ਇਹ ਨਾ ਜਾਣ ਹਥਿਆਰ। ਤੇ ਉਹਨੇ ਇਹ ਕਰਾਰਦਾਦ ਪੇਸ਼ ਕੀਤੀ। ਇਹ ਕਰਾਰਦਾਦ ਜਿਹੜੀ ਇਹ ਚੀਨ ਨੇ ਰੂਸ ਨੇ ਵੀਟੋ ਕਰ ਦਿੱਤੀ ਕਿਉਂਕਿ ਉਹਦੇ ਖਿਲਾਫ ਸੀ। ਤੇ ਹੁਣ ਅਸੀਂ ਇਹ ਗੱਲ ਕਰਨੇ ਕਿ ਇਹ ਤਾਂ ਮਾਮਲਾ ਹੋ ਗਿਆ, ਚਲੋ ਉਸ ਕਰਾਰਦਾਦ ਨੂੰ ਰੋਕ ਦਿੱਤਾ ਗਿਆ ਔਰ ਰੂਸ ਨੇ ਆਪ ਵੀ ਵੀਟੋ ਕਰ ਦਿੱਤਾ। ਲੇਕਿਨ ਇਹ ਇਸ ਤੋਂ ਬਾਅਦ ਦਾ ਕੀ ਮਾਮਲਾ ਹੈ? ਇਸ ਤੋਂ ਬਾਅਦ ਦੀ ਜਿਹੜੀਆਂ ਚੀਜ਼ਾਂ ਨੇ ਉਹ ਇਹ ਵੇ ਕਿ ਰੂਸ ਨੇ ਇਹ ਕਿਹਾ ਕਿ ਉਹ ਜਾਣਦਾ ਹੈ ਕਿ ਖਲਾ ਦੇ ਵਿੱਚ ਇਹੋ ਜਿਹੇ ਹਥਿਆਰ ਨਹੀਂ ਜਾਣੇ ਚਾਹੀਦੇ, ਲੇਕਿਨ ਉਹਦੇ ਕੁਝ ਤਹਫਜ਼ਾਤ ਨੇ ਆਲਮੀ ਨਿਜ਼ਾਮ ਦੇ ਹਵਾਲੇ ਨਾਲ, ਔਰ ਉਹ ਕੁਝ ਆਪਣੇ ਮੁਫਾਦਾਤ ਨੂੰ ਤਹਫਜ਼ ਦੇਣਾ ਚਾਹੁੰਦਾ ਹੈ। ਇਸ ਵਾਸਤੇ ਉਹ ਕੁਝ ਹਥਿਆਰ ਜਿਹੜੇ ਨੇ ਚਾਹੁੰਦਾ ਹੈ ਕਿ ਉੱਤੇ ਖਲਾ 'ਚ ਜਾਣ। ਰੂਸ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ ਇਹ ਨਹੀਂ ਚਾਹੁੰਦੇ ਕਿ ਐਟਮੀ ਹਥਿਆਰ ਨਾ ਜਾਣ, ਉਹ ਕਹਿੰਦਾ ਅਸੀਂ ਤਾਂ ਇਹ ਚਾਹੁੰਦੇ ਕਿ ਹਰ ਕਿਸਮ ਦੇ ਹਥਿਆਰਾਂ ਤੇ ਪਾਬੰਦੀ ਹੋਵੇ। ਅੱਛਾ, ਜਦੋਂ ਉਹ ਇਹ ਕਹਿੰਦਾ ਵੇ ਕਿ ਹਰ ਕਿਸਮ ਦੇ ਹਥਿਆਰਾਂ ਤੇ ਪਾਬੰਦੀ ਹੋਵੇ ਤੇ ਅਮਰੀਕਾ ਉਦੋਂ ਵੀ ਨੱਸ ਜਾਂਦਾ, ਇਸ ਵਾਸਤੇ ਕਿ ਉਹਨੇ ਕਈ ਤਰ੍ਹਾਂ ਦੇ ਹਥਿਆਰ ਜਿਨ੍ਹਾਂ ਬਾਰੇ ਕੋਈ ਜ਼ਿਆਦਾ ਤਫਸੀਲਾਤ ਹਾਲੇ ਤੱਕ ਮਾਹਿਰੀਨ ਕੋਲ ਹੈ ਹੀ ਨਹੀਂ,
ਈਵਨ ਕਿ ਉਸ ਹਥਿਆਰ ਬਾਰੇ ਵੀ ਇਨਫੋਰਮੇਸ਼ਨ ਨਹੀਂ ਹੈਗੀ ਜਿਹੜਾ ਰੂਸ ਦੇ ਉੱਤੇ ਇਲਜ਼ਾਮ ਲਾਇਆ ਜਾਂਦਾ ਕਿ ਉਹਦੇ ਕੋਲ ਹਥਿਆਰ ਹੈਗਾ ਵੇ, ਐਂਟੀ ਸੈਟੇਲਾਈਟ ਜਿਹੜਾ ਸਿਸਟਮ ਹਥਿਆਰ ਹੈ, ਤੇ ਉਹਦੇ ਬਾਰੇ ਉਹ ਕੰਮ ਕਿਵੇਂ ਕਰਦਾ ਹੈ, ਕਿਵੇਂ ਤਬਾਹੀ ਕਰ ਸਕਦਾ ਹੈ, ਔਰ ਉਹ ਕਿਵੇਂ ਛੱਡਿਆ ਜਾ ਸਕਦਾ ਹੈ, ਔਰ ਉਹਦੇ ਅਸਰਾਤ ਕੀ ਹੋਣਗੇ, ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਸਿਰਫ ਇਹੋ ਹੀ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦਾ ਹਥਿਆਰ ਹੈ ਔਰ ਸੈਟੇਲਾਈਟ ਨੂੰ ਨਿਸ਼ਾਨਾ ਬਣਾ ਸਕਦਾ ਹੈ। ਤੇ ਰੂਸ ਦਾ ਇਹ ਕਹਿਣਾ ਹੈ ਕਿ ਅਮਰੀਕਾ ਨੇ ਜਿਹੜੇ ਹਥਿਆਰ ਉੱਥੇ ਖਲਾ ਦੇ ਵਿੱਚ ਨਸਬ ਕੀਤੇ ਹੋਏ ਨੇ ਮੁਖਤਲਿਫ ਤਰ੍ਹਾਂ ਦੇ, ਫਿਰ ਉਹਨਾਂ ਤੇ ਵੀ ਪਾਬੰਦੀ ਹੋਣੀ ਚਾਹੀਦੀ ਦੁਨੀਆ ਦੇ ਉੱਤੇ। ਫਿਰ ਸਾਰਿਆਂ ਵਾਸਤੇ ਕਾਨੂੰਨ ਜਿਹੜਾ ਹੈ ਉਹ ਇੱਕੋ ਜਿਹਾ ਹੋਣਾ ਚਾਹੀਦਾ। ਅੱਛਾ, ਅਸੀਂ ਇਹ ਗੱਲ ਕਰਨੇ ਆ ਕਿ ਅਮਰੀਕਾ ਨੇ ਜਿਹੜੀ ਇਹ ਕਰਾਰਦਾਦ ਉੱਥੇ ਪੇਸ਼ ਕੀਤੀ ਸੀ, ਇਹ ਆਊਟਰ ਸਪੇਸ ਟ੍ਰੀਟੀ ਜਿਹੜਾ ਸੀ 1967, ਉਹਦੀ ਸ਼ਿਕ 4 ਦੇ ਤਹਿਤ ਅਮਰੀਕਾ ਨੇ ਪੇਸ਼ ਕੀਤੀ ਸੀ। ਔਰ ਉਸ ਸ਼ਿਕ ਦੇ ਵਿੱਚ ਇਹ ਮਮਨੂ ਕਰਾਰ ਦਿੱਤਾ ਗਿਆ ਸੀ ਕਿ ਖਲਾ ਦੇ ਵਿੱਚ ਜਿਹੜੇ ਨਿਊਕਲੀਅਰ ਵੈਪਨਸ ਨੇ ਉਹਨਾਂ ਦੀ ਉੱਥੇ ਤਨਸੀਬ ਕੀਤੀ ਜਾਵੇ। ਤੇ ਇਸ ਹਵਾਲੇ ਨਾਲ ਤਾਂ ਚਲੋ ਹੋ ਗਈ ਗੱਲ। ਤੇ ਅਗਲੀ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਇੰਝ ਲੱਗਦਾ ਪਿਆ ਕਿ ਇੱਕ ਨਵੀਂ ਦੌੜ ਜਿਹੜੀ ਹੈ ਦਫਾਈ ਟੈਕਨੋਲੋਜੀ, ਖਲਾਈ ਟੈਕਨੋਲੋਜੀ ਦੇ ਹਵਾਲੇ ਨਾਲ ਉਹ ਸਾਨੂੰ ਨਜ਼ਰ ਆ ਰਹੀ ਕਿ ਹੋਣ ਵਾਲੀ ਸ਼ੁਰੂ। ਤੇ ਸਟਾਰਫਿਸ਼ ਜਿਹੜਾ ਪ੍ਰਾਈਮ ਨਿਊਕਲੀਅਰ ਟੈਸਟ ਹੈਗਾ ਸੀ, ਉਹ ਲੋ ਅਰਥ ਆਰਬਿਟ ਜਿਹੜਾ ਸੀ ਉੱਥੇ ਕੀਤਾ ਗਿਆ ਸੀ, ਔਰ ਉਹਦੇ ਅਸਰਾਤ ਜਿਵੇਂ ਮੈਂ ਪਹਿਲੇ ਦੱਸਿਆ ਕਿ ਬਹੁਤ ਦੂਰ ਤੱਕ ਦੇਖੇ ਗਏ। ਔਰ ਇਸ ਤਜਰਬੇ ਦੇ ਦੌਰਾਨ ਹੋਇਆ ਕੀ ਸੀ ਕਿ ਰਡਾਰ ਜਿਹੜੇ ਸਨ ਨਾ, ਇਹ ਤਜਰਬੇ ਨੂੰ ਫੜਨ ਵਾਲੇ, ਉਹ ਅੰਨੇ ਹੋ ਗਏ ਸਨ। ਔਰ ਉਸ ਤੋਂ ਬਾਅਦ ਕਮਿਊਨੀਕੇਸ਼ਨ ਸਿਸਟਮ ਜਿਹੜੇ ਸੀ ਉਹ ਨਕਾਰਾ ਹੋ ਗਏ ਸੀ, ਤੇ ਓਵਰ ਪਾਵਰ ਜਿਹੜੇ ਨੈਟਵਰਕ ਜਿਹੜੇ ਸੀ ਉਹਨਾਂ ਵਾਸਤੇ ਹੋ ਗਈ ਸੀ ਮਸਲਾ, ਔਰ ਨੈਟਵਰਕ ਜਿਹੜੇ ਸੀ ਓਵਰਲੋਡ ਹੋ ਗਏ ਸਨ। ਤੇ ਇਹਨਾਂ ਚੀਜ਼ਾਂ ਦੇ ਨਾਲ ਅਮਰੀਕਾ ਨੂੰ ਇਹ ਖਦਸ਼ਾ ਹੈ ਕਿ ਅਗਰ ਰੂਸ ਕਈ ਤਰ੍ਹਾਂ ਦਾ ਆਪਣੇ ਹਥਿਆਰ ਲੈ ਕੇ ਚਲਾ ਗਿਆ ਉੱਥੇ ਖਲਾ ਦੇ ਵਿੱਚ, ਤੇ ਫਿਰ ਉਹ ਅਮਰੀਕੀ ਕਮਿਊਨੀਕੇਸ਼ਨ ਸਿਸਟਮ ਨੂੰ ਜਾਮ ਕਰ ਸਕਦਾ ਹੈ, ਮੁਅੱਤਲ ਕਰ ਸਕਦਾ ਹੈ। ਜਿਹੜੀਆਂ ਫੌਜੀ ਗੱਡੀਆਂ ਚੱਲਦੀਆਂ ਨੇ, ਉਹਨਾਂ ਦੀ ਨੈਵੀਗੇਸ਼ਨ ਹੈਗੀ ਹੈ, ਟੈਂਕਸ ਦੀ, ਗੱਡੀਆਂ ਦੀ, ਜਹਾਜ਼ਾਂ ਦੀ, ਉਹ ਸਾਰੀ ਮੁਤਾਸਰ ਹੋ ਜਾਂਦੀ। ਤੇ ਇਹ ਇੱਕ ਅਹਿਮ ਦਿਫਾਈ ਲਿਹਾਜ਼ ਨਾਲ ਬਹੁਤ ਅਹਿਮ ਇੱਕ ਗੱਲ ਹੈ, ਤੇ ਉਹਨੂੰ ਬਚਾਉਣਾ ਚਾਹੁੰਦਾ। ਫਿਰ ਜਨਾਬ ਇਹ ਵੇ ਕਿ ਇਹਦੇ ਨਾਲ ਹੋ ਕੀ ਸਕਦਾ ਹੈ ਕਿ ਸਪੇਸ ਬੇਸ ਜਿਹੜੀ ਸੈਟੇਲਾਈਟ ਅਟੈਕ ਹੈ ਉਹਦਾ ਖਤਰਾ ਵੱਧ ਜਾਏਗਾ, ਸਪੇਸ ਬੇਸ। ਫਿਰ ਇਹ ਹੋ ਸਕੇਗਾ ਕਿ ਸੈਟੇਲਾਈਟ ਸਿਸਟਮ ਤਬਾਹ ਹੋ ਜਾਣਗੇ, ਇਹ ਕੀਤੇ ਜਾ ਸਕਦੇ ਨੇ ਅਗਰ ਇਹ ਦੌੜ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਜਿਹੜੇ ਇਹ ਨਿਊਕ ਹੈਗੇ ਨੇ, ਇਹਨਾਂ ਦੇ ਛੋਟੇ ਮੁਲਕ ਜਿਹੜੇ ਨੇ, ਜਿਹੜੇ ਹਾਲੇ ਖਲਾਈ ਟੈਕਨੋਲੋਜੀ ਦੇ ਵਿੱਚ ਦਾਖਲ ਨਹੀਂ ਹੋਏ ਜਾਂ ਕੋਸ਼ਿਸ਼ਾਂ ਕਰ ਰਹੇ ਨੇ, ਉਹ ਵੀ ਇਸ ਪਾਸੇ ਟੁਰ ਪੈਣਗੇ। ਤੇ ਦੁਨੀਆ ਜਿਹੜੀ ਉਹ ਜ਼ਮੀਨ ਤੋਂ ਬਾਅਦ ਖਲਾ ਦੇ ਵਿੱਚ ਵੀ ਇੱਕ ਦੂਸਰੇ ਦੇ ਨਾਲ ਲੜਨ ਨੂੰ ਤਿਆਰ ਹੋ ਜਾਏਗੀ। ਇਹਦੇ ਸਟ੍ਰੈਟੇਜਿਕ ਫਾਇਦੇ ਵੀ ਨੇ ਔਰ ਨੁਕਸਾਨਾਤ ਵੀ ਹੈਗੇ ਨੇ। ਫਿਰ ਜ਼ਮੀਨ ਤੋਂ ਵੀ ਖਲਾ ਵਾਸਤੇ ਨਸਬ ਕੀਤਾ ਜਾ ਸਕਦਾ ਹੈ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਔਰ ਅਹਿਮ ਗੱਲ ਕਿ ਅਗਰ ਖਲਾ ਦੇ ਵਿੱਚ ਐਸਾ ਕੋਈ ਹਥਿਆਰ, ਜੌਹਰੀ ਹਥਿਆਰ ਇਸਤੇਮਾਲ ਕੀਤਾ ਜਾਵੇ, ਤੇ ਉਹਦੀ ਰੇਡੀਏਸ਼ਨ ਜਿਹੜੀ ਉਹ ਜ਼ਮੀਨ ਤੱਕ ਵੀ ਪਹੁੰਚ ਸਕਦੀ। ਹਿਸਾਬ ਲਾ ਲਓ ਤੁਸੀਂ ਕਿ ਅਸੀਂ ਕਿਸ ਪਾਸੇ ਟੁਰ ਪਏ। ਇਨਸਾਨਾਂ ਨੂੰ ਤੇ ਜ਼ਮੀਨ ਨੂੰ ਕਿਸ ਤਰ੍ਹਾਂ ਦੇ ਖਤਰਾਤ, ਔਰ ਸਾਰਾ ਕੁਝ ਅਸੀਂ ਆਪੇ ਕੀਤੀ ਜਾ ਰਹੇ। ਇਨਸਾਨ ਜਿਹੜਾ ਹੈ, ਉਹਨੇ ਜਦੋਂ ਦੀ ਆਪਣੀ ਕਿਸਮਤ ਉਹਨਾਂ ਤਾਕਤਾਂ ਦੇ ਹੱਥ ਫੜਾਈ ਨਾ ਜਿਹੜੀ ਜੰਗੀ ਲਿਹਾਜ਼ ਨਾਲ ਸਲਾਹੀਅਤ ਜ਼ਿਆਦਾ ਰੱਖਦੀਆਂ, ਉਦੋਂ ਦੀ ਇਨਸਾਨ ਦੀ ਤਬਾਹੀ ਸ਼ੁਰੂ ਹੋਈ। ਇਨਸਾਨ ਜਾਂ ਆਲਮੀ ਬਰਾਦਰੀ ਨੂੰ ਇੱਕ ਆਪਣਾ ਕਿਰਦਾਰ ਬਦਲਣਾ ਪਏਗਾ, ਆਪਣੀ ਸੋਚ ਬਦਲਣੀ ਪਏਗੀ। ਤੇ ਪੁਰਅਮਨ ਜਿਹੜੇ ਮੁਲਕ ਨੇ, ਪੁਰਅਮਨ ਲੀਡਰਸ਼ਿਪ ਜਿਹੜੀ ਹੈਗੀ, ਪੁਰਅਮਨ ਖਿੱਤੇ ਜਿਹੜੇ ਹੈਗੇ ਨੇ, ਉਹਨਾਂ ਨੂੰ ਆਪਣੀ ਕਿਆਦਤ ਦੇਣੀ ਪਏਗੀ। ਤੇ ਜਨਾਬ ਜੇ ਜੰਗਜੂਆਂ ਨੂੰ ਦਿੱਤੀ ਤੇ ਉਹ ਤਾਂ ਫਿਰ ਜੰਗਾਂ ਹੀ ਲੜਨਗੇ, ਤਬਾਹੀ ਫੇਰਨਗੇ, ਤੇ ਅੱਲਾ ਨਾ ਕਰੇ ਕਿ ਜ਼ਮੀਨ ਦੇ ਮੰਦੇ ਹਾਲ ਹੋਣ।